ਜ਼ਿੰਦਗੀ ਹਮੇਸ਼ਾ ਇਮਤਿਹਾਨਾਂ ਨਾਲ ਭਰੀ ਰਹਿੰਦੀ ਹੈ, ਪਰ ਜੇ ਇਹ ਇਮਤਿਹਾਨ ਸੱਚ ਦੇ ਮੋੜ ਤੇ ਆਉਣ ਤਾਂ ਤੁਸੀਂ ਕੀ ਕਰੋਗੇ? ਇਨਸਾਨੀ ਸੁਭਾਅ ਦੀ ਅਸਲ ਪਰਖ ਉਸ ਵੇਲੇ ਹੁੰਦੀ ਹੈ ਜਦੋਂ ਮੁਸ਼ਕਲਾਂ ਅਤੇ ਲਾਲਚ ਇੱਕ ਦੂਜੇ ਨਾਲ ਟਕਰਾਉਂਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਤੁਹਾਡੇ ਦਿਲ ਵਿੱਚ ਸਾਰਾ ਕੁਝ ਗਵਾਉਣ ਦਾ ਖਤਰਾ ਹੋਵੇ ਤਾਂ ਤੁਸੀਂ ਕਿਵੇਂ ਰਿਐਕਟ ਕਰੋਗੇ? ਇਹ ਕਹਾਣੀ ਹੈ ਕਈ ਸਾਲ ਪਹਿਲਾਂ ਕਿਸੇ ਰਾਜ ਦੇ ਇੱਕ ਸ਼ਹਿਰ ਵਿੱਚ ਇੱਕ ਆਮ ਦੁਕਾਨਦਾਰ ਦੀ, ਜੋ ਮਿਹਨਤ ਕਰਕੇ ਆਪਣਾ ਰੋਜ਼ਗਾਰ ਚਲਾਉਂਦਾ ਸੀ। ਉਸਨੇ ਕਈ ਸਾਲ ਮਿਹਨਤ ਕੀਤੀ ਤੇ ਪਸੀਨਾ ਬਹਾਇਆ, ਪਰ ਉਸਦੇ ਕੋਲ ਸਿਰਫ ਇੱਕ ਛੋਟੀ ਜਿਹੀ ਦੁਕਾਨ ਹੀ ਸੀ। ਉਸ ਕੋਲ ਹੋਰ ਕੋਈ ਦੌਲਤ ਨਹੀਂ ਸੀ, ਪਰ ਫਿਰ ਵੀ ਉਹ ਰੱਬ ਦਾ ਸ਼ੁਕਰ ਅਦਾ ਕਰਦਾ ਸੀ ਕਿ ਉਹ ਕਈ ਲੋਕਾਂ ਤੋਂ ਬਹੁਤ ਵਧੀਆ ਹੈ। ਇੱਕ ਦਿਨ ਸਵੇਰੇ ਜਦੋਂ ਆਪਣੀ ਦੁਕਾਨ ਦਾ ਦਰਵਾਜ਼ਾ ਖੋਲ ਰਿਹਾ ਸੀ ਤਾਂ ਉਸ ਨੇ ਆਪਣੇ ਦੋਸਤ ਨੂੰ ਆਉਂਦੇ ਵੇਖਿਆ, ਜੋ ਉਸ ਦੀ ਦੁਕਾਨ ਵੱਲ ਹੀ ਆ ਰਿਹਾ ਸੀ। ਜਦੋਂ ਦੁਕਾਨ ਵਿੱਚ ਦਾਖਲ ਹੋਇਆ ਤਾਂ ਉਸ ਨੇ ਆਪਣੀ ਚਾਦਰ ਵਿੱਚ ਲੁਕਾਈ ਹੋਈ ਇੱਕ ਥੈਲੀ ਕੱਢੀ ਤੇ ਉਸ ਦੇ ਸਾਹਮਣੇ ਰੱਖ ਕੇ ਕਿਹਾ, ਮੇਰੇ ਯਾਰ, ਮੈਨੂੰ ਯਾਤਰਾ ਤੇ ਜਾਣਾ ਹੈ। ਇਸ ਥੈਲੀ ਵਿੱਚ 1000 ਸੋਨੇ ਦੇ ਸਿੱਕੇ ਹਨ। ਤੂੰ ਮੇਰੀ ਵਾਪਸੀ ਤੱਕ ਇਹ ਥੈਲੀ ਆਪਣੇ ਕੋਲ ਰੱਖ ਸਕਦਾ ਹੈ। ਮੈਨੂੰ ਉਮੀਦ ਹੈ ਕਿ ਤੂੰ ਇਸ ਦੀ ਚੰਗੀ ਤਰ੍ਹਾਂ ਹਿਫਾਜ਼ਤ ਕਰੇਗਾ, ਕਿਉਂਕਿ ਇਸ ਸ਼ਹਿਰ ਵਿੱਚ ਤੇਰੇ ਵਰਗੇ ਇਮਾਨਦਾਰ ਲੋਕ ਮਿਲਣਾ ਬਹੁਤ ਮੁਸ਼ਕਿਲ ਹੈ। ਜਿਸ ਤੇ ਦੁਕਾਨਦਾਰ ਕਹਿੰਦਾ ਹੈ ਕਿ ਬਿਲਕੁਲ ਦੋਸਤ, ਤੂੰ ਆਪਣੀ ਥੈਲੀ ਮੇਰੇ ਕੋਲ ਰੱਖ ਕੇ ਆਰਾਮ ਨਾਲ ਯਾਤਰਾ ਤੇ ਜਾ। ਮੈਂ ਤੇਰੀ ਵਾਪਸੀ ਤੱਕ ਇਸ ਦੀ ਬੜੀ ਸੁਰੱਖਿਆ ਕਰਾਂਗਾ। ਦੋਸਤ ਨੇ ਥੈਲੀ ਉਸ ਦੇ ਹਵਾਲੇ ਕਰ ਦਿੱਤੀ ਤੇ ਖੁਦਾ ਹਾਫਿਜ਼ ਕਹਿ ਕੇ ਉੱਥੋਂ ਚਲਿਆ ਗਿਆ। ਉਸ ਤੋਂ ਬਾਅਦ ਦੁਕਾਨਦਾਰ ਵੀ ਆਪਣੇ ਕੰਮ ਵਿੱਚ ਲੱਗ ਗਿਆ ਤੇ ਹਾਲੇ ਕੁਝ ਹੀ ਸਮਾਂ ਹੋਇਆ ਸੀ ਕਿ 2-3 ਨੌਜਵਾਨ ਉਸ ਦੀ ਦੁਕਾਨ ਤੇ ਆ ਗਏ, ਜਿਨ੍ਹਾਂ ਦੇ ਚਿਹਰੇ ਤੇ ਗੁਰੂਰ ਦੇ ਨਿਸ਼ਾਨ ਸਾਫ਼ ਦਿਸ ਰਹੇ ਸਨ। ਉਹਨਾਂ ਨੇ ਉਸ ਦੀ ਦੁਕਾਨ ਤੋਂ ਬਹੁਤ ਹੀ ਸੋਹਣੇ ਤੇ ਕੀਮਤੀ ਕੱਪੜੇ ਚੁੱਕੇ ਤੇ ਬਿਨਾਂ ਕੁਝ ਕਹੇ ਉੱਥੋਂ ਚਲੇ ਗਏ। ਇਹ ਵੇਖ ਦੁਕਾਨਦਾਰ ਉਹਨਾਂ ਦੇ ਪਿੱਛੇ ਦੌੜਿਆ ਤੇ ਕਿਹਾ, ਓਏ, ਕੱਪੜੇ ਦੀ ਕੀਮਤ ਤਾਂ ਦਿਓ। ਤਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਨੇ ਕਿਹਾ, ਕੱਲ ਸ਼ਾਹੀ ਮਹਿਲ ਵਿੱਚ ਆ ਜਾਇਓ, ਅਸੀਂ ਬਾਦਸ਼ਾਹ ਦੇ ਖਾਸ ਦੋਸਤ ਹਾਂ। ਉੱਥੇ ਆ ਕੇ ਸਾਡਾ ਪਤਾ ਲੈ ਲੈਣਾ ਤੇ ਕੱਪੜੇ ਦੀ ਕੀਮਤ ਲੈ ਜਾਣਾ। ਦੁਕਾਨਦਾਰ ਇਹ ਸੁਣ ਕੇ ਹੈਰਾਨ ਹੋ ਗਿਆ, ਪਰ ਉਹ ਜਾਣਦਾ ਸੀ ਕਿ ਜ਼ੋਰ ਜ਼ਬਰ ਨਾਲ ਉਹਨਾਂ ਤੋਂ ਕੱਪੜੇ ਦੀ ਕੀਮਤ ਲੈਣਾ ਮੁਸ਼ਕਿਲ ਹੈ। ਇਸੇ ਤਰ੍ਹਾਂ ਉਹ ਦਿਨ ਬੀਤਿਆ ਤੇ ਦੁਕਾਨਦਾਰ ਆਪਣੇ ਦੋਸਤ ਦੀ ਅਮਾਨਤ ਵਾਲੀ ਥੈਲੀ ਲੈ ਕੇ ਘਰ ਵੱਲ ਨੂੰ ਚਲਿਆ ਗਿਆ ਤੇ ਉਸ ਨੂੰ ਇੱਕ ਕੋਨੇ ਵਿੱਚ ਟੱਕ ਕੇ ਰੱਖ ਦਿੱਤਾ। ਅਗਲੇ ਦਿਨ ਉਹ ਬਾਦਸ਼ਾਹ ਦੇ ਮਹਿਲ ਵੱਲ ਚਲਿਆ ਗਿਆ, ਜੋ ਆਪਣੇ ਕੱਪੜੇ ਦੀ ਕੀਮਤ ਵਸੂਲ ਕਰ ਸਕੇ, ਪਰ ਵਿਚਾਰਾ ਦੁਕਾਨਦਾਰ ਅਸਲ ਮਾਮਲੇ ਤੋਂ ਬੇਖਬਰ ਸੀ। ਉਹ ਖੁਸ਼ ਸੀ ਕਿ ਥੋੜੀ ਦੇਰ ਵਿੱਚ ਹੀ ਉਸ ਨੂੰ ਕੱਪੜੇ ਦੀ ਕੀਮਤ ਮਿਲ ਜਾਏਗੀ। ਕੁਝ ਸਮੇਂ ਬਾਅਦ ਜਦੋਂ ਮਹਿਲ ਦੇ ਕੋਲ ਪਹੁੰਚਿਆ ਤਾਂ ਵੇਖਿਆ ਕਿ ਚਾਰੇ ਪਾਸੇ ਦਰਬਾਨ ਖੜੇ ਹੋਏ ਹਨ। ਦੁਕਾਨਦਾਰ ਉਹਨਾਂ ਕੋਲ ਗਿਆ ਤੇ ਉਹਨਾਂ ਨੂੰ ਉਹਨਾਂ ਨੌਜਵਾਨਾਂ ਦੀ ਨਿਸ਼ਾਨੀ ਦੱਸੀ, ਜੋ ਉਸ ਦੀ ਦੁਕਾਨ ਤੋਂ ਕੱਪੜਾ ਲੈ ਕੇ ਗਏ ਸਨ। ਜਿਸ ਤੋਂ ਬਾਅਦ ਪਹਿਰੇਦਾਰ ਉਸ ਨੂੰ ਕਹਿਣ ਲੱਗੇ, ਤੂੰ ਕੱਲ ਆ ਜਾਈਂ, ਕੱਲ ਤੈਨੂੰ ਪੈਸੇ ਜ਼ਰੂਰ ਮਿਲ ਜਾਣਗੇ। ਦੁਕਾਨਦਾਰ ਤਾਂ ਇਹ ਸੋਚ ਕੇ ਗਿਆ ਸੀ ਕਿ ਉਹ ਬਹੁਤ ਹੀ ਜਲਦੀ ਉਹਨਾਂ ਕੱਪੜਿਆਂ ਦੇ ਪੈਸੇ ਵਸੂਲ ਕਰ ਲਵੇਗਾ, ਪਰ ਇੱਥੇ ਦੇ ਹਾਲਾਤ ਵੇਖ ਕੇ ਉਹ ਨਿਰਾਸ਼ ਹੋ ਕੇ ਵਾਪਸ ਚਲਿਆ ਗਿਆ। ਜਦੋਂ ਦੂਜੇ ਦਿਨ ਪੈਸੇ ਵਸੂਲ ਕਰਨ ਗਿਆ ਤਾਂ ਉਸ ਨੂੰ ਅਗਲੇ ਹਫਤੇ ਆਉਣ ਲਈ ਕਿਹਾ ਗਿਆ। ਇਸੇ ਤਰ੍ਹਾਂ ਕਈ ਹਫਤੇ ਲੰਘ ਗਏ ਤੇ ਇੱਕ ਦਿਨ ਦੁਕਾਨਦਾਰ ਨੇ ਆਪਣੇ ਆਪ ਨੂੰ ਕਿਹਾ ਕਿ ਮੈਂ ਕਈ ਹਫਤਿਆਂ ਤੋਂ ਆਪਣੀ ਰਕਮ ਲਈ ਚੱਕਰ ਲਾ ਰਿਹਾ ਹਾਂ, ਪਰ ਮੈਨੂੰ ਹਰ ਵਾਰ ਖਾਲੀ ਹੱਥ ਮੁੜਨਾ ਪੈਂਦਾ ਹੈ। ਅੱਜ ਮੈਂ ਜਾਵਾਂਗਾ ਤੇ ਪੈਸੇ ਲੈ ਕੇ ਹੀ ਆਵਾਂਗਾ। ਆਖਿਰਕਾਰ ਉਹ ਫਿਰ ਇੱਕ ਦਿਨ ਆਪਣੀ ਰਕਮ ਵਸੂਲ ਕਰਨ ਲਈ ਗਿਆ ਤਾਂ ਇੱਕ ਨੇਕ ਦਿਲ ਪਹਿਰੇਦਾਰ ਨੂੰ ਉਸ ਉੱਤੇ ਦਇਆ ਆ ਗਈ ਤੇ ਉਹ ਉਸ ਨੂੰ ਇੱਕ ਕੋਨੇ ਵਿੱਚ ਲੈ ਗਿਆ ਤੇ ਕਹਿਣ ਲੱਗਾ ਕਿ ਤੂੰ ਇੰਨਾ ਭੋਲਾ ਕਿਉਂ ਹੈ? ਕੀ ਤੂੰ ਜਾਣਦਾ ਹੈ ਕਿ ਬਾਦਸ਼ਾਹ ਦੇ ਦੋਸਤਾਂ ਨੇ ਸਾਨੂੰ ਇਹ ਕਿਹਾ ਹੈ ਕਿ ਜੇ ਤੂੰ ਆਪਣੀ ਰਕਮ ਲੈਣ ਆਵੇ ਤਾਂ ਤੈਨੂੰ ਅਸੀਂ ਅੱਜ ਕੱਲ ਦਾ ਵਾਅਦਾ ਕਰਕੇ ਟਾਲਦੇ ਜਾਈਏ, ਉਦੋਂ ਤੱਕ ਜਦ ਤੱਕ ਤੂੰ ਹਾਰ ਕੇ ਹਟ ਨਾ ਜਾਵੇਂ। ਇਸ ਲਈ ਤੂੰ ਹੋਰ ਦੁੱਖ ਤੇ ਤਕਲੀਫਾਂ ਤੋਂ ਬਚ ਤੇ ਆਪਣੇ ਕੱਪੜੇ ਦੀ ਕੀਮਤ ਭੁੱਲ ਜਾ। ਇਹ ਸੁਣ ਕੇ ਦੁਕਾਨਦਾਰ ਪਹਿਰੇਦਾਰ ਨੂੰ ਕਹਿਣ ਲੱਗਾ ਕਿ ਮੈਂ ਉਹ ਕੱਪੜਾ ਨਾ ਤਾਂ ਚੋਰੀ ਕੀਤਾ ਸੀ ਤੇ ਨਾ ਹੀ ਹਰਾਮ ਦੀ ਕਮਾਈ ਨਾਲ ਖਰੀਦਿਆ ਸੀ, ਜੋ ਮੈਂ ਉਸ ਦੀ ਕੀਮਤ ਭੁੱਲ ਜਾਵਾਂ।
ਆਪਣਾ ਹੱਕ ਤੇ ਲੈਣਾ ਹੀ ਚਾਹੀਦਾ ਹੈ। ਜੇ ਉਹ ਮੇਰੀ ਰਕਮ ਸਿੱਧੇ ਤਰੀਕੇ ਨਾਲ ਨਹੀਂ ਦਿੰਦੇ ਤਾਂ ਮੈਂ ਬਾਦਸ਼ਾਹ ਕੋਲ ਜਾਵਾਂਗਾ, ਪਰ ਆਪਣੀ ਰਕਮ ਲੈ ਕੇ ਹੀ ਵਾਪਸ ਆਵਾਂਗਾ। ਪਹਿਰੇਦਾਰ ਕਹਿਣ ਲੱਗਾ, ਮੈਂ ਤੈਨੂੰ ਸਭ ਸੱਚ ਦੱਸ ਦਿੱਤਾ ਹੈ। ਅੱਗੇ ਤੇਰਾ ਦਿਲ ਜੋ ਚਾਹੇ ਤੂੰ ਉਹ ਕਰ, ਪਰ ਮੈਂ ਫੇਰ ਵੀ ਤੈਨੂੰ ਇਹ ਹੀ ਕਹਾਂਗਾ ਕਿ ਜੇ ਤੂੰ ਆਪਣੀ ਖੈਰ ਚਾਹੁੰਦਾ ਹੈ ਤਾਂ ਆਪਣੀ ਰਕਮ ਭੁੱਲ ਜਾ। ਪਹਿਰੇਦਾਰ ਦੀਆਂ ਗੱਲਾਂ ਸੁਣ ਕੇ ਦੁਕਾਨਦਾਰ ਪਰੇਸ਼ਾਨ ਹੋ ਗਿਆ, ਪਰ ਫੇਰ ਵੀ ਨਿਰਾਸ਼ ਨਹੀਂ ਹੋਇਆ। ਉਹਨੂੰ ਉਮੀਦ ਸੀ ਕਿ ਕਿਸੇ ਨਾ ਕਿਸੇ ਦਿਨ ਉਹ ਉਹਨਾਂ ਨੌਜਵਾਨਾਂ ਨੂੰ ਲੱਭ ਲਵੇਗਾ ਤੇ ਉਸ ਨੂੰ ਉਹਦੀ ਰਕਮ ਜ਼ਰੂਰ ਮਿਲ ਜਾਵੇਗੀ। ਤੇ ਦੁਕਾਨਦਾਰ ਦਾ ਅੰਦਾਜ਼ਾ ਗਲਤ ਨਹੀਂ ਸੀ। ਇੱਕ ਦਿਨ ਜਦੋਂ ਦੁਕਾਨਦਾਰ ਕਿਤੇ ਸਫ਼ਰ ਤੇ ਜਾ ਰਿਹਾ ਸੀ ਤਾਂ ਉਸ ਨੇ ਉਹਨਾਂ ਨੌਜਵਾਨਾਂ ਨੂੰ ਆਪਣੇ ਘੋੜੇ ਤੇ ਬੈਠ ਕੇ ਬਹੁਤ ਤੇਜ਼ੀ ਨਾਲ ਕਿੱਥੇ ਜਾਂਦੇ ਹੋਏ ਵੇਖਿਆ। ਦੁਕਾਨਦਾਰ ਨੇ ਮੁਸਕਰਾ ਕੇ ਉਹਨਾਂ ਨੂੰ ਸਲਾਮ ਕੀਤਾ ਤੇ ਆਪਣੇ ਕੱਪੜਿਆਂ ਦੀ ਕੀਮਤ ਦੇਣ ਬਾਰੇ ਪੁੱਛਿਆ। ਦੁਕਾਨਦਾਰ ਦੀਆਂ ਗੱਲਾਂ ਸੁਣ ਕੇ ਉਹ ਨੌਜਵਾਨ ਹੱਸਣ ਲੱਗੇ ਤੇ ਕਹਿਣ ਲੱਗੇ, ਤੂੰ ਪਾਗਲ ਹੋ ਗਿਆ ਹੈ? ਕਿਹੜੀ ਕੀਮਤ ਤੇ ਕਿਹੜਾ ਕੱਪੜਾ? ਦੁਕਾਨਦਾਰ ਨੇ ਆਪਣੀ ਸਾਦਗੀ ਨਾਲ ਸਾਰਾ ਮਾਮਲਾ ਦੁਬਾਰਾ ਦੱਸਿਆ ਤੇ ਆਪਣੀ ਦੁਕਾਨ ਦੀ ਨਿਸ਼ਾਨੀ ਵੀ ਦੱਸੀ, ਜਿਸ ਤੇ ਉਹਨਾਂ ਵਿੱਚੋਂ ਇੱਕ ਨੌਜਵਾਨ ਕਹਿਣ ਲੱਗਾ ਕਿ ਅਸੀਂ ਤੇਰੇ ਸਧਾਰਨ ਜਿਹੇ ਕੱਪੜਿਆਂ ਦੇ ਮੁਹਤਾਜ ਨਹੀਂ ਹਾਂ। ਸਾਨੂੰ ਜੇ ਕੋਈ ਚੀਜ਼ ਚਾਹੀਦੀ ਹੁੰਦੀ ਹੈ ਤਾਂ ਅਸੀਂ ਹੁਕਮ ਕਰ ਦਿੰਦੇ ਹਾਂ ਤੇ ਉਹ ਚੀਜ਼ ਸਾਡੇ ਲਈ ਹਾਜ਼ਰ ਹੋ ਜਾਂਦੀ ਹੈ। ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਅਸੀਂ ਬਾਜ਼ਾਰ ਜਾ ਕੇ ਤੇਰੇ ਵਰਗੇ ਸਧਾਰਨ ਦੁਕਾਨਦਾਰ ਤੋਂ ਕੱਪੜੇ ਖਰੀਦੀਏ। ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਘੋੜਿਆਂ ਦੀ ਲਗਾਮਾਂ ਖਿੱਚ ਕੇ ਅੱਗੇ ਨੂੰ ਤੁਰ ਪਏ। ਪਰ ਜਦ ਦੁਕਾਨਦਾਰ ਨੇ ਵੇਖਿਆ ਕਿ ਉਸ ਦੀ ਰਕਮ ਡੁੱਬ ਰਹੀ ਹੈ ਤਾਂ ਉਹ ਅੱਗੇ ਵਧਿਆ ਤੇ ਉਸ ਨੇ ਇੱਕ ਨੌਜਵਾਨ ਦੇ ਘੋੜੇ ਦੀ ਲਗਾਮ ਫੜ ਕੇ ਉਸ ਨੂੰ ਜ਼ਮੀਨ ਤੇ ਖਿੱਚ ਲਿਆ ਤੇ ਜਲਦੀ ਹੀ ਉਹਨਾਂ ਦੋਵਾਂ ਵਿੱਚ ਹੱਥਾਪਾਈ ਸ਼ੁਰੂ ਹੋ ਗਈ। ਦੂਜੇ ਨੌਜਵਾਨ ਅੱਗੇ ਨਿਕਲ ਚੁੱਕੇ ਸਨ, ਪਰ ਜਦ ਉਹਨਾਂ ਨੂੰ ਸ਼ੋਰ ਸੁਣਾਈ ਦਿੱਤਾ ਤਾਂ ਉਹ ਘੋੜੇ ਤੋਂ ਉਤਰ ਕੇ ਵਾਪਸ ਆਏ ਤੇ ਤਿੰਨਾਂ ਨੇ ਮਿਲ ਕੇ ਦੁਕਾਨਦਾਰ ਨੂੰ ਬੇਤਹਾਸ਼ਾ ਕੁੱਟਣਾ ਸ਼ੁਰੂ ਕਰ ਦਿੱਤਾ। ਦੂਜੀ ਤਰਫ ਦੁਖੀ ਦੁਕਾਨਦਾਰ ਨੇ ਵੀ ਦੋ ਨੌਜਵਾਨਾਂ ਦੇ ਕੱਪੜੇ ਫਾੜ ਦਿੱਤੇ ਤੇ ਇੱਕ ਦੇ ਮੂੰਹ ਚੋਂ ਖੂਨ ਕੱਢ ਦਿੱਤਾ ਸੀ। ਇਸ ਝਗੜੇ ਤੋਂ ਬਾਅਦ ਉਹ ਕਾਲੀ ਨਾਲ ਆਪਣੇ ਘੋੜੇ ਤੇ ਚੜੇ ਤੇ ਉੱਥੋਂ ਭੱਜ ਗਏ। ਉਹਨਾਂ ਨੌਜਵਾਨਾਂ ਨੇ ਦੁਕਾਨਦਾਰ ਨੂੰ ਜ਼ਖਮੀ ਹਾਲਤ ਵਿੱਚ ਉੱਥੇ ਹੀ ਛੱਡ ਦਿੱਤਾ ਸੀ। ਉਸ ਗਰੀਬ ਦਾ ਮੂੰਹ ਤੇ ਸਰੀਰ ਖੂਨ ਨਾਲ ਭਰੇ ਹੋਏ ਸਨ। ਜਦ ਉਹ ਇਸ ਹਾਲਤ ਵਿੱਚ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਤੇ ਬੱਚੇ ਉਸ ਨੂੰ ਵੇਖ ਕੇ ਬਹੁਤ ਪਰੇਸ਼ਾਨ ਹੋ ਗਏ ਤੇ ਪੁੱਛਣ ਲੱਗੇ ਕਿ ਕੀ ਹੋ ਗਿਆ। ਦੁਕਾਨਦਾਰ ਨੇ ਸਾਰਾ ਮਾਮਲਾ ਦੱਸਦੇ ਹੋਏ ਕਿਹਾ ਕਿ ਹਾਲਾਂਕਿ ਮੈਂ ਜ਼ਖਮੀ ਹਾਂ, ਪਰ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਹੱਕ ਲਈ ਲੜਿਆ ਤੇ ਬਾਦਸ਼ਾਹ ਦੇ ਉਹਨਾਂ ਚਾਲਾਕ ਦੋਸਤਾਂ ਦਾ ਸਾਹਮਣਾ ਕੀਤਾ। ਉਹ ਕੁਝ ਦਿਨ ਲਈ ਆਪਣੇ ਘਰ ਵਿੱਚ ਹੀ ਰਿਹਾ ਤੇ ਆਪਣੇ ਜ਼ਖਮਾਂ ਦੀ ਮਲਮ ਪੱਟੀ ਕਰਦਾ ਰਿਹਾ, ਪਰ ਇੱਕ ਦਿਨ ਉਸ ਨੇ ਹਿੰਮਤ ਕੀਤੀ ਤੇ ਦੁਕਾਨ ਤੇ ਚਲਿਆ ਗਿਆ। ਪਰ ਜਦੋਂ ਉਹ ਆਪਣੀ ਦੁਕਾਨ ਤੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਸ਼ਹਿਰ ਦੇ ਸੂਬੇਦਾਰ ਦੇ ਦੋ ਸਿਪਾਹੀ ਸਾਹਮਣੇ ਖੜੇ ਹਨ। ਦੁਕਾਨਦਾਰ ਨੇ ਉਹਨਾਂ ਤੋਂ ਪੁੱਛਿਆ, ਤੁਸੀਂ ਕੀ ਕਰਨ ਆਏ ਹੋ? ਤਾਂ ਉਹ ਸਿਪਾਹੀ ਕਹਿਣ ਲੱਗੇ ਕਿ ਤੂੰ ਸਾਡੇ ਨਾਲ ਚੱਲ, ਸਾਰੀਆਂ ਗੱਲਾਂ ਦਾ ਪਤਾ ਲੱਗ ਜਾਏਗਾ। ਹਲੇ ਤੱਕ ਤਾਂ ਉਸ ਗਰੀਬ ਦੁਕਾਨਦਾਰ ਦੇ ਜ਼ਖਮ ਵੀ ਨਹੀਂ ਭਰੇ ਸਨ ਕਿ ਉਹ ਸੂਬੇਦਾਰ ਦੀ ਚੌਕੀ ਤੇ ਪਹੁੰਚ ਗਿਆ। ਚੌਕੀ ਤੇ ਪਹੁੰਚ ਕੇ ਦੁਕਾਨਦਾਰ ਨੇ ਸੂਬੇਦਾਰ ਨੂੰ ਪੁੱਛਿਆ, ਜਨਾਬ ਮੈਨੂੰ ਇੱਥੇ ਕਿਉਂ ਲਿਆਇਆ ਗਿਆ ਹੈ? ਤਾਂ ਸੂਬੇਦਾਰ ਨੇ ਗੁੱਸੇ ਨਾਲ ਕਿਹਾ, ਤੇਰੀ ਹਿੰਮਤ ਕਿਵੇਂ ਹੋਈ? ਕੁਝ ਦਿਨ ਪਹਿਲਾਂ ਤੂੰ ਬਾਦਸ਼ਾਹ ਦੇ ਖਾਸ ਦੋਸਤਾਂ ਨਾਲ ਲੜਾਈ ਕੀਤੀ ਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇੱਜ਼ਤਦਾਰ ਲੋਕਾਂ ਨਾਲ ਤੇਰੀ ਹੱਥਾਪਾਈ ਕਰਨ ਦੀ ਹਿੰਮਤ ਕਿਵੇਂ ਪਈ? ਦੁਕਾਨਦਾਰ ਨੇ ਆਪਣੇ ਕੱਪੜੇ ਦੀ ਕੀਮਤ ਵਾਲੀ ਸਾਰੀ ਗੱਲ ਸੂਬੇਦਾਰ ਨੂੰ ਦੱਸਦੇ ਹੋਏ ਕਿਹਾ ਕਿ ਜਨਾਬ ਉਹ ਤਿੰਨ ਸਨ ਤੇ ਮੈਂ ਇਕੱਲਾ, ਉਹਨਾਂ ਨੇ ਮੈਨੂੰ ਮਾਰਿਆ ਸੀ, ਨਾ ਕਿ ਮੈਂ ਉਹਨਾਂ ਨੂੰ। ਜਿਸ ਤੇ ਸੂਬੇਦਾਰ ਕਹਿੰਦਾ ਕਿ ਤੂੰ ਇੱਕ ਸਧਾਰਨ ਜਿਹਾ ਕੱਪੜਾ ਉਹਨਾਂ ਨੂੰ ਤੋਹਫੇ ਵਿੱਚ ਨਹੀਂ ਦੇ ਸਕਦਾ ਸੀ। ਜਿਸ ਤੇ ਦੁਕਾਨਦਾਰ ਨੇ ਕਿਹਾ, ਜਨਾਬ ਉਹ ਕੱਪੜਾ ਖਰੀਦਣ ਆਏ ਸਨ ਮੇਰੀ ਦੁਕਾਨ ਤੇ, ਨਾ ਕਿ ਬਾਦਸ਼ਾਹ ਲਈ ਤੋਹਫਾ ਲੈਣ। ਮੈਂ ਆਪਣੀ ਰਕਮ ਲਈ ਕਈ ਦਿਨਾਂ ਤੋਂ ਮਹਿਲ ਦੇ ਚੱਕਰ ਕੱਟ ਰਿਹਾ ਹਾਂ, ਪਰ ਮੈਨੂੰ ਉੱਥੋਂ ਕੋਈ ਜਵਾਬ ਨਹੀਂ ਮਿਲ ਰਿਹਾ।
ਪਰ ਜਦ ਕਈ ਦਿਨਾਂ ਬਾਅਦ ਉਹ ਤਿੰਨੋਂ ਮੈਨੂੰ ਮਿਲੇ ਤਾਂ ਉਹਨਾਂ ਤੋਂ ਮੈਂ ਆਪਣੇ ਕੱਪੜੇ ਦੀ ਰਕਮ ਬਾਰੇ ਪੁੱਛਿਆ ਤਾਂ ਉਹ ਕਹਿੰਦੇ ਕਿ ਤੂੰ ਪਾਗਲ ਹੈ, ਅਸੀਂ ਤੇਰੀ ਦੁਕਾਨ ਤੋਂ ਕੋਈ ਕੱਪੜਾ ਨਹੀਂ ਲਿਆ। ਜਨਾਬ, ਕੀ ਤੋਹਫੇ ਦੀ ਲੈਣ ਦੇਣ ਇਸ ਤਰ੍ਹਾਂ ਹੁੰਦੀ ਹੈ? ਜਿਸ ਤੇ ਸੂਬੇਦਾਰ ਨੇ ਕਿਹਾ, ਮੇਰੇ ਨਾਲ ਜ਼ੁਬਾਨ ਨਾ ਲੜਾ, ਮੈਨੂੰ ਨਹੀਂ ਪਤਾ ਕਿ ਤੂੰ ਕੀ ਕੀਤਾ ਹੈ ਤੇ ਕੀ ਨਹੀਂ। ਮੈਨੂੰ ਬਾਦਸ਼ਾਹ ਦਾ ਹੁਕਮ ਹੈ ਕਿ ਤੈਨੂੰ ਕੈਦਖਾਨੇ ਵਿੱਚ ਬੰਦ ਕੀਤਾ ਜਾਵੇ ਤੇ ਤੇਰੀ ਦੁਕਾਨ ਦਾ ਸਾਰਾ ਸਮਾਨ ਜ਼ਬਤ ਕੀਤਾ ਜਾਵੇ। ਸੂਬੇਦਾਰ ਦੀਆਂ ਗੱਲਾਂ ਸੁਣ ਕੇ ਦੁਕਾਨਦਾਰ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਜਦ ਸੂਬੇਦਾਰ ਨੇ ਉਸ ਦੀਆਂ ਅੱਖਾਂ ਵਿੱਚ ਹੰਝੂ ਵੇਖੇ ਤਾਂ ਕਿਹਾ, ਤੂੰ ਮੈਨੂੰ ਮਸਕੀਨ ਤੇ ਭੋਲਾ ਭਾਲਾ ਇਨਸਾਨ ਲੱਗਦਾ ਹੈ, ਇਸ ਲਈ ਮੈਂ ਤੈਨੂੰ ਜੇਲ੍ਹ ਵਿੱਚ ਨਹੀਂ ਭੇਜਿਆ, ਪਰ ਤੇਰੀ ਦੁਕਾਨ ਦਾ ਸਾਰਾ ਮਾਲ ਜ਼ਬਤ ਕੀਤਾ ਜਾਵੇਗਾ। ਸੂਬੇਦਾਰ ਦੀਆਂ ਇਹ ਗੱਲਾਂ ਸੁਣ ਕੇ ਦੁਕਾਨਦਾਰ ਨੂੰ ਬਹੁਤ ਵੱਡਾ ਦੁੱਖ ਲੱਗਿਆ, ਪਰ ਉਹ ਚੁੱਪਚਾਪ ਹੰਝੂਆਂ ਵਿੱਚ ਡੁੱਬਿਆ ਰਿਹਾ। ਅਗਲੇ ਦਿਨ ਸਵੇਰੇ ਬਾਦਸ਼ਾਹ ਦੇ ਮੁਲਾਜ਼ਮ ਆਏ ਤੇ ਦੁਕਾਨਦਾਰ ਦੀਆਂ ਅੱਖਾਂ ਦੇ ਸਾਹਮਣੇ ਉਸ ਦੀ ਦੁਕਾਨ ਵਿੱਚ ਜਿੰਨਾ ਵੀ ਮਾਲ ਸੀ ਉਹ ਸਾਰਾ ਉਠਾ ਕੇ ਲੈ ਗਏ। ਦੁਕਾਨਦਾਰ ਦੀ ਦੁਨੀਆ ਉਜੜ ਚੁੱਕੀ ਸੀ ਤੇ ਉਹ ਖਾਲੀ ਹੱਥ ਰਹਿ ਗਿਆ ਸੀ। ਕੁਝ ਸਮਾਂ ਉਹ ਆਪਣੀ ਦੁਕਾਨ ਦੇ ਸਾਹਮਣੇ ਬੈਠਾ ਰਿਹਾ ਤੇ ਸੋਚਦਾ ਰਿਹਾ ਕਿ ਕਿਸੇ ਤਰ੍ਹਾਂ ਉਹਨੂੰ ਕੋਈ ਕੰਮ ਕਰਨਾ ਪਵੇਗਾ ਤਾਂ ਜੋ ਉਸ ਦੀ ਬੀਵੀ ਤੇ ਬੱਚੇ ਭੁੱਖੇ ਨਾ ਰਹਿਣ। ਫੇਰ ਬੈਠੇ-ਬੈਠੇ ਉਸ ਨੂੰ ਆਪਣੇ ਦੋਸਤ ਦੀ ਅਮਾਨਤ ਦੀ ਉਹ ਥੈਲੀ ਯਾਦ ਆਈ। ਉਹ ਆਪਣੇ ਆਪ ਨੂੰ ਕਹਿਣ ਲੱਗਾ ਕਿ ਮੇਰੇ ਦੋਸਤ ਨੂੰ ਮੇਰੇ ਤੇ ਪੂਰਾ ਭਰੋਸਾ ਹੈ ਕਿ ਮੈਂ ਉਸ ਦੀ ਅਮਾਨਤ ਵਿੱਚ ਬੇਈਮਾਨੀ ਨਹੀਂ ਕਰਾਂਗਾ। ਇਸ ਲਈ ਮੈਂ ਉਸ ਥੈਲੀ ਵਿੱਚੋਂ ਕੁਝ ਰਕਮ ਕਰਜ਼ੇ ਦੇ ਤੌਰ ਤੇ ਲੈ ਲਵਾਂਗਾ ਤੇ ਇਸ ਨੂੰ ਆਪਣੇ ਵਪਾਰ ਵਿੱਚ ਲਗਾਵਾਂਗਾ। ਜਦ ਮੇਰੀ ਹਾਲਤ ਠੀਕ ਹੋ ਜਾਵੇਗੀ ਮੈਂ ਆਪਣੇ ਦੋਸਤ ਦੀ ਰਕਮ ਵਾਪਸ ਥੈਲੀ ਵਿੱਚ ਰੱਖ ਦਵਾਂਗਾ। ਪਰ ਜਿਵੇਂ ਹੀ ਉਸ ਨੇ ਘਰ ਪਹੁੰਚ ਕੇ ਉਸ ਥੈਲੀ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਆਪਣੇ ਮਨ ਵਿੱਚ ਡਰ ਮਹਿਸੂਸ ਹੋਇਆ। ਉਹ ਆਪਣੇ ਆਪ ਨੂੰ ਕਹਿਣ ਲੱਗਾ, ਮੈਨੂੰ ਕੀ ਪਤਾ ਕਿ ਮੇਰਾ ਕਾਰੋਬਾਰ ਚੱਲੇਗਾ ਜਾਂ ਨਹੀਂ ਤੇ ਮੈਂ ਕਰਜ਼ਾ ਵਾਪਸ ਕਰ ਸਕਾਂਗਾ ਕਿ ਨਹੀਂ। ਕੀ ਪਤਾ ਉਹ ਪੈਸਾ ਮੇਰੇ ਦੋਸਤ ਦਾ ਹੈ ਜਾਂ ਕਿਸੇ ਹੋਰ ਦੀ ਅਮਾਨਤ ਹੈ। ਕੀ ਉਸ ਥੈਲੀ ਵਿੱਚੋਂ ਪੈਸਾ ਲੈਣਾ ਠੀਕ ਹੋਵੇਗਾ? ਕੀ ਮੈਂ ਅਮਾਨਤ ਵਿੱਚ ਬੇਈਮਾਨੀ ਤਾਂ ਨਹੀਂ ਕਰ ਰਿਹਾ? ਇਹਨਾਂ ਸਾਰੀਆਂ ਸੋਚਾਂ ਤੋਂ ਬਾਅਦ ਉਹ ਆਪਣੇ ਆਪ ਨੂੰ ਕਹਿੰਦਾ ਕਿ ਨਹੀਂ, ਮੈਂ ਇਹ ਨਹੀਂ ਕਰਾਂਗਾ। ਆਪਣੀ ਮੁਸ਼ਕਿਲ ਦਾ ਹੱਲ ਲੱਭਣ ਲਈ ਮੈਂ ਕੋਈ ਹੋਰ ਰਾਹ ਲੱਭਾਂਗਾ। ਇਹ ਸੋਚ ਕੇ ਉਸਨੇ ਥੈਲੀ ਵਾਪਸ ਰੱਖ ਦਿੱਤੀ ਤੇ ਕੁਝ ਹੋਰ ਸੋਚਣ ਲੱਗਾ। ਹੁਣ ਦੁਕਾਨਦਾਰ ਨੇ ਆਪਣੇ ਕੁਝ ਦੋਸਤਾਂ ਤੋਂ ਕਰਜ਼ਾ ਲਿਆ ਤੇ ਉਹਨਾਂ ਪੈਸਿਆਂ ਨਾਲ ਉਸਨੇ ਕਈ ਕਿਸਮ ਦੇ ਕੱਪੜੇ ਖਰੀਦ ਲਏ ਤੇ ਉਸ ਦੀ ਦੁਕਾਨ ਵਿੱਚ ਫਿਰ ਤੋਂ ਰੌਣਕ ਆ ਗਈ। ਦੁਕਾਨਦਾਰ ਨੂੰ ਉਮੀਦ ਸੀ ਕਿ ਬਹੁਤ ਜਲਦ ਉਹਦੀ ਹਾਲਤ ਠੀਕ ਹੋ ਜਾਵੇਗੀ ਤੇ ਉਹ ਆਪਣੇ ਦੋਸਤਾਂ ਦਾ ਕਰਜ਼ਾ ਵਾਪਸ ਕਰ ਦੇਵੇਗਾ, ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ। ਉਸ ਦੀ ਦੁਕਾਨ ਦਾ ਕਾਰੋਬਾਰ ਨਹੀਂ ਚੱਲਿਆ। ਜਿਨ੍ਹਾਂ ਲੋਕਾਂ ਕੋਲੋਂ ਉਸਨੇ ਕਰਜ਼ਾ ਲਿਆ ਸੀ ਉਹਨਾਂ ਵਿੱਚੋਂ ਕਈ ਲੋਕ ਤਾਂ ਬਹੁਤ ਧੀਰਜ ਰੱਖਣ ਵਾਲੇ ਸਨ, ਪਰ 2-3 ਲੋਕ ਬਹੁਤ ਬੇਸਬਰ ਸਨ। ਉਹ ਹਰ ਰੋਜ਼ ਉਸ ਕੋਲ ਆਉਂਦੇ ਤੇ ਆਪਣੇ ਪੈਸੇ ਸਖਤੀ ਨਾਲ ਮੰਗਦੇ, ਪਰ ਦੁਕਾਨਦਾਰ ਸ਼ਰਮ ਨਾਲ ਆਪਣਾ ਸਿਰ ਥੱਲੇ ਕਰ ਲੈਂਦਾ ਸੀ। ਕਰਜ਼ਦਾਰਾਂ ਤੋਂ ਤੰਗ ਆ ਕੇ ਦੁਕਾਨਦਾਰ ਨੇ ਸੋਚਿਆ ਕਿ ਉਹ ਆਪਣੀ ਦੁਕਾਨ ਬੰਦ ਕਰ ਦੇਗਾ ਤਾਂ ਜੋ ਕਰਜ਼ਦਾਰ ਰੋਜ਼-ਰੋਜ਼ ਆ ਕੇ ਉਸ ਨੂੰ ਪਰੇਸ਼ਾਨ ਨਾ ਕਰ ਸਕਣ। ਪਰ ਹੁਣ ਉਹ ਬਹੁਤ ਪਰੇਸ਼ਾਨ ਵੀ ਸੀ। ਉਹ ਘਰ ਬੈਠਾ ਰਹਿੰਦਾ ਤੇ ਇਹ ਹੀ ਸੋਚਦਾ ਰਹਿੰਦਾ ਕਿ ਹੁਣ ਆਪਣੇ ਪਰਿਵਾਰ ਦਾ ਪੇਟ ਕਿਵੇਂ ਭਰੇਗਾ। ਦੁਕਾਨਦਾਰ ਨੂੰ ਸ਼ਹਿਰ ਦੇ ਬਾਹਰ ਇੱਕ ਚੱਕੀ ਵਾਲੇ ਦਾ ਪਤਾ ਸੀ ਜੋ ਉਸ ਦੇ ਪਿਤਾ ਦਾ ਦੋਸਤ ਸੀ। ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸਨੇ ਆਪਣੀ ਸਾਰੀ ਕਹਾਣੀ ਦੱਸ ਦਿੱਤੀ ਤੇ ਉੱਥੇ ਕੰਮ ਕਰਨ ਲਈ ਅਰਜ਼ੀ ਦਿੱਤੀ। ਚੱਕੀ ਵਾਲੇ ਨੇ ਜਦੋਂ ਦੁਕਾਨਦਾਰ ਦੀਆਂ ਗੱਲਾਂ ਸੁਣੀਆਂ ਤਾਂ ਕਿਹਾ, ਐ ਖੁਦਾ ਦੇ ਬੰਦੇ, ਮੈਂ ਕੋਈ ਇਤਰਾਜ਼ ਨਹੀਂ ਕਰਦਾ, ਤੂੰ ਜਦ ਤੱਕ ਚਾਹੇ ਕੰਮ ਕਰ ਸਕਦਾ ਹੈ, ਪਰ ਕੀ ਤੂੰ ਆਟੇ ਦੀਆਂ ਬੋਰੀਆਂ ਇੱਧਰ ਤੋਂ ਉੱਧਰ ਰੱਖ ਸਕੇਗਾ? ਜਿਸ ਤੇ ਦੁਕਾਨਦਾਰ ਕਹਿੰਦਾ, ਮੈਂ ਹਰ ਕੰਮ ਲਈ ਤਿਆਰ ਹਾਂ। ਸ਼ੁਰੂ ਵਿੱਚ ਕੁਝ ਦਿਨ ਔਖੇ ਲੱਗਣਗੇ ਪਰ ਫਿਰ ਮੈਨੂੰ ਇਸ ਦੀ ਆਦਤ ਪੈ ਜਾਵੇਗੀ। ਮੈਨੂੰ ਉਮੀਦ ਹੈ ਕਿ ਰੱਬ ਮੇਰੀ ਮੁਸ਼ਕਿਲਾਂ ਨੂੰ ਜ਼ਰੂਰ ਆਸਾਨ ਕਰੇਗਾ ਤੇ ਮੈਂ ਜਲਦੀ ਹੀ ਆਪਣੇ ਅਸਲੀ ਕੰਮ ਵੱਲ ਵਾਪਸ ਪਰਤ ਜਾਵਾਂਗਾ। ਹੁਣ ਦੁਕਾਨਦਾਰ ਨੇ ਚੱਕੀ ਵਾਲੇ ਕੋਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਹ ਪਹਿਲਾਂ ਭਾਰੀ ਕੰਮ ਕਰਨ ਦਾ ਆਦੀ ਨਹੀਂ ਸੀ,
ਪਰ ਫੇਰ ਵੀ ਉਹ ਖੁਸ਼ ਸੀ ਤੇ ਰੱਬ ਦਾ ਸ਼ੁਕਰ ਕਰਦਾ ਸੀ। ਪਰ ਚੱਕੀ ਵਾਲੇ ਕੋਲ ਜਾਣ ਨਾਲ ਵੀ ਉਸ ਦੀ ਮੁਸ਼ਕਲ ਘਟੀ ਨਹੀਂ। ਇੱਕ ਦਿਨ ਚੱਕੀ ਦੇ ਸਾਹਮਣੇ ਸ਼ੋਰ ਤੇ ਸ਼ਿਕਾਇਤਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਸ਼ੋਰ ਸੁਣ ਕੇ ਉਹ ਤੁਰੰਤ ਚੱਕੀ ਤੋਂ ਬਾਹਰ ਨਿਕਲਿਆ ਤੇ ਵੇਖਿਆ ਕਿ ਕੁਝ ਲੋਕ ਆਪਣੇ ਕਰਜ਼ੇ ਦੀ ਮੰਗ ਲਈ ਆਏ ਸਨ ਤੇ ਉਹ ਉਸ ਨੂੰ ਕਾਜ਼ੀ ਦੀ ਅਦਾਲਤ ਵਿੱਚ ਲੈ ਜਾਣਾ ਚਾਹੁੰਦੇ ਸਨ। ਪਰ ਦੁਕਾਨਦਾਰ ਨੇ ਉਹਨਾਂ ਨੂੰ ਕਿਹਾ ਕਿ ਖੁਦਾ ਮੇਰੀ ਹਾਲਤ ਨੂੰ ਬਿਹਤਰ ਜਾਣਦਾ ਹੈ। ਮੈਂ ਤੁਹਾਡੇ ਕਰਜ਼ੇ ਦੀ ਅਦਾਇਗੀ ਲਈ ਹੀ ਇੰਨੀ ਸਖਤ ਮਿਹਨਤ ਕਰ ਰਿਹਾ ਹਾਂ। ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਕਿ ਤੂੰ ਕਰਜ਼ਾ ਲੈ ਕੇ ਆਪਣੀ ਦੁਕਾਨ ਬੰਦ ਕਰ ਲਈ ਹੈ ਤੇ ਇੱਥੇ ਲੁੱਕ ਕੇ ਬੈਠਾ ਹੈ। ਤੈਨੂੰ ਕੀ ਲੱਗਦਾ ਹੈ ਕਿ ਤੂੰ ਸਾਡੇ ਸ਼ਿਕੰਜੇ ਤੋਂ ਬਚ ਜਾਵੇਂਗਾ? ਫਿਰ ਉਹ ਕਹਿਣ ਲੱਗੇ, ਅਸੀਂ ਤੈਨੂੰ ਆਖਰੀ 2 ਦਿਨ ਦਿੰਦੇ ਹਾਂ, ਸਾਡਾ ਕਰਜ਼ਾ ਵਾਪਸ ਕਰ ਦੇ, ਨਹੀਂ ਤਾਂ ਜੋ ਹੋਵੇਗਾ ਉਹ ਤੂੰ ਆਪਣੀਆਂ ਅੱਖਾਂ ਨਾਲ ਦੇਖ ਲਈਂ। ਜਦੋਂ ਕਰਜ਼ਦਾਰ ਉੱਥੋਂ ਵਾਪਸ ਚਲੇ ਗਏ ਤਾਂ ਦੁਕਾਨਦਾਰ ਬਹੁਤ ਦੁਖੀ ਹੋਇਆ, ਪਰ ਫਿਰ ਵੀ ਉਸਨੇ ਹੌਸਲਾ ਨਾ ਛੱਡਿਆ ਤੇ ਚੱਕੀ ਤੇ ਕੰਮ ਕਰਦਾ ਰਿਹਾ। ਪਰ ਜਦ ਉਹ ਰਾਤ ਨੂੰ ਘਰ ਆਇਆ ਤਾਂ ਉਹ ਦੁੱਖ ਨਾਲ ਬਹੁਤ ਹੀ ਹੌਸਲਾ ਹਾਰਿਆ ਹੋਇਆ ਤੇ ਪਰੇਸ਼ਾਨ ਦਿਸ ਰਿਹਾ ਸੀ। ਉਸ ਨੂੰ ਪਤਾ ਸੀ ਕਿ ਕਰਜ਼ਦਾਰ 2 ਦਿਨ ਬਾਅਦ ਫਿਰ ਆ ਜਾਣਗੇ ਤੇ ਲੋਕਾਂ ਦੇ ਸਾਹਮਣੇ ਉਸ ਨੂੰ ਜ਼ਲੀਲ ਕਰਨਗੇ। ਦੁਕਾਨਦਾਰ ਦੀ ਪਤਨੀ ਨੇ ਜਦ ਆਪਣੇ ਪਤੀ ਦਾ ਹਾਲ ਵੇਖਿਆ ਤਾਂ ਉਹ ਕਹਿਣ ਲੱਗੀ ਕਿ ਇਹ ਬਿਹਤਰ ਹੈ ਕਿ ਅੱਜ ਰਾਤ ਉਹ ਥੈਲੀ ਖੋਲ ਕੇ ਆਪਣੀ ਲੋੜ ਮੁਤਾਬਕ ਰਕਮ ਕੱਢ ਲਓ। ਦੁਕਾਨਦਾਰ ਇਸ ਬਾਰੇ ਹਲੇ ਸੋਚ ਹੀ ਰਿਹਾ ਸੀ ਕਿ ਕੁਝ ਦੇਰ ਬਾਅਦ ਉਸ ਦੇ ਕੋਲ ਇੱਕ ਬੰਦਾ ਆਇਆ ਤੇ ਉਸ ਨੇ ਕਿਹਾ, ਮੈਂ ਤੇਰੇ ਦੋਸਤ ਦਾ ਸੁਨੇਹਾ ਲੈ ਕੇ ਆਇਆ ਹਾਂ ਜੋ ਇਸ ਵੇਲੇ ਸਫ਼ਰ ਤੇ ਹੈ। ਤੇਰੇ ਦੋਸਤ ਨੇ ਕਿਹਾ ਹੈ ਕਿ ਜੋ ਤੇਰੇ ਕੋਲ ਉਸ ਦੀ ਅਮਾਨਤ ਹੈ ਉਸ ਨੂੰ ਹੁਣ ਨਹੀਂ ਚਾਹੀਦੀ। ਤੂੰ ਜਿੰਨਾ ਚਾਹੇ ਉਸ ਵਿੱਚੋਂ ਰਕਮ ਕੱਢ ਲੈ ਤੇ ਬਾਕੀ ਦੀ ਦਾਨ ਕਰ ਦੇ। ਇਹ ਗੱਲਾਂ ਸੁਣ ਕੇ ਦੁਕਾਨਦਾਰ ਸੋਚਣ ਲੱਗਾ ਕਿ ਸ਼ਾਇਦ ਉਹ ਕੋਈ ਸੁਪਨਾ ਵੇਖ ਰਿਹਾ ਹੈ। ਇਸ ਲਈ ਉਹ ਕਹਿਣ ਲੱਗਾ ਕਿ ਮੈਂ ਤੇਰੀਆਂ ਗੱਲਾਂ ਦਾ ਕਿਵੇਂ ਵਿਸ਼ਵਾਸ ਕਰ ਲਵਾਂ? ਮੈਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਤੂੰ ਮੇਰੇ ਦੋਸਤ ਦਾ ਸੁਨੇਹਾ ਲੈ ਕੇ ਆਇਆ ਹੈ? ਅਜਨਬੀ ਨੇ ਦੁਕਾਨਦਾਰ ਨੂੰ ਇੱਕ ਚਿੱਠੀ ਦਿੱਤੀ ਤੇ ਕਿਹਾ, ਇਸ ਨੂੰ ਪੜ੍ਹ ਲੈ, ਇਹ ਤੇਰੇ ਦੋਸਤ ਨੇ ਲਿਖੀ ਹੈ ਤੇ ਇਸ ਵਿੱਚ ਥੈਲੀ ਦੀ ਨਿਸ਼ਾਨੀ ਵੀ ਦਰਜ ਹੈ। ਦੁਕਾਨਦਾਰ ਥੈਲੀ ਦੀ ਨਿਸ਼ਾਨੀ ਤੇ ਖਤ ਪੜ੍ਹ ਕੇ ਖੁਸ਼ੀ ਨਾਲ ਰੋਣ ਲੱਗ ਪਿਆ ਤੇ ਰੱਬ ਦਾ ਸ਼ੁਕਰ ਅਦਾ ਕਰਦੇ ਹੋਏ ਕਹਿਣ ਲੱਗਾ, ਐ ਖੁਦਾ, ਮੈਂ ਮੁਸ਼ਕਿਲਾਂ ਦੇ ਬਾਵਜੂਦ ਸਬਰ ਕੀਤਾ ਤੇ ਅਮਾਨਤ ਵਿੱਚ ਬੇਈਮਾਨੀ ਨਹੀਂ ਕੀਤੀ ਤੇ ਤੂੰ ਮੇਰੀ ਮੁਸ਼ਕਿਲ ਨੂੰ ਆਸਾਨ ਕਰ ਦਿੱਤਾ। ਸੋ ਦੋਸਤੋ, ਇਸ ਕਹਾਣੀ ਤੋਂ ਸਾਨੂੰ ਬਹੁਤ ਵਧੀਆ ਸਿੱਖ ਇਹ ਮਿਲਦੀ ਹੈ ਕਿ ਇਨਸਾਨੀ ਜ਼ਿੰਦਗੀ ਵਿੱਚ ਸੱਚਾ ਸਫਲ ਮਨੁੱਖ ਉਹੀ ਹੈ ਜੋ ਆਪਣੀ ਇਮਾਨਦਾਰੀ ਨੂੰ ਹਰੇਕ ਸੰਕਟ ਦੇ ਬਾਅਦ ਵੀ ਕਾਇਮ ਰੱਖਦਾ ਹੈ। ਭਾਵੇਂ ਦੁਨੀਆ ਸਾਨੂੰ ਜਿੰਨੇ ਮਰਜ਼ੀ ਧੋਖੇ ਦੇਵੇ, ਜਿੰਨੇ ਮਰਜ਼ੀ ਗਲਤ ਰਾਹਾਂ ਤੇ ਪਾਵੇ, ਪਰ ਸਾਡੀ ਅਸਲ ਸ਼ਕਤੀ ਇਹ ਹੈ ਕਿ ਅਸੀਂ ਆਪਣੇ ਅਸੂਲਾਂ ਨੂੰ ਨਾ ਛੱਡੀਏ। ਬਹੁਤ ਵਾਰੀ ਜ਼ਿੰਦਗੀ ਵਿੱਚ ਐਸੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਜਦੋਂ ਮਨੁੱਖ ਮਜਬੂਰੀ ਵਿੱਚ ਧੋਖੇ ਦੇਣ ਦੇ ਬਾਰੇ ਸੋਚਦਾ ਹੈ, ਬੇਈਮਾਨੀ ਕਰਨ ਬਾਰੇ ਸੋਚਦਾ ਹੈ, ਪਰ ਜਦੋਂ ਅਸੀਂ ਉਮੀਦ ਦਾ ਦੀਵਾ ਸਦਾ ਚਮਕਦੇ ਰੱਖਾਂਗੇ ਤਾਂ ਰੱਬ ਵੀ ਸਾਡੀ ਮਦਦ ਜ਼ਰੂਰ ਕਰੇਗਾ। ਸੱਚ ਅਤੇ ਸਬਰ ਰੱਖਦੇ ਹੋਏ ਜੇ ਅਸੀਂ ਹੌਸਲੇ ਅਤੇ ਸੱਚਾਈ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਾਂਗੇ ਤਾਂ ਖੁਦਾਈ ਵੀ ਆਪਣੇ ਆਪ ਸਾਡੇ ਹੱਕ ਵਿੱਚ ਖੜੀ ਹੋ ਜਾਏਗੀ। ਸੋ ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋਏ ਪੰਜਾਬੀ ਬਾਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।